ਲੀਨੀਅਰ ਨਾਨ ਹੋਮੋਜੀਨੀਅਸ ਰੈਕਰੈਂਸਿਸ ਇਸ ਦੇ ਵਿੱਚ ਅਸੀਂ ਜਿਹੜੀਆਂ ਟਾਈਪਸ ਹੈਗੀਆਂ ਨੇ ਇਹਦੀਆਂ ਉਹ ਡਿਸਕਸ ਕਰਦੇ ਸੀਗੇ, ਠੀਕ ਹੈ। ਤਾਂ ਇਸ ਦੇ ਵਿੱਚ ਅਸੀਂ ਪਹਿਲਾਂ ਹੀ ਡਿਸਕਸ ਕੀਤਾ ਸੀ ਕਿ ਨਾਨ ਹੋਮੋਜੀਨੀਅਸ ਰੈਕਰੈਂਸਿਸ ਦੇ ਲਈ ਕੋਈ ਜਨਰਲ ਮੈਥਡ ਹੈ ਨਹੀਂ ਕਿ ਜਿਸ ਦੇ ਲਈ ਹਰੇਕ ਐਫਐਨ ਦੇ ਲਈ ਅਸੀਂ ਇਹਨੂੰ ਸੋਲਵ ਕਰ ਸਕੀਏ, ਬਟ ਕੁਝ ਪਾਰਟਿਕੂਲਰ ਐਫਐਨਸ ਦੇ ਲਈ ਅਸੀਂ ਨਾਨ ਹੋਮੋਜੀਨੀਅਸ ਰੈਕਰੈਂਸ ਰਿਲੇਸ਼ਨ ਜਿਹੜਾ ਹੈਗਾ ਉਹ ਸੋਲਵ ਕਰ ਸਕੀਏ। ਤਾਂ ਉਹਨਾਂ ਵਿੱਚੋਂ ਕੁਝ ਪਾਰਟਿਕੂਲਰ ਕੇਸਿਸ ਜਿਹੜੇ ਹੈ ਉਹ ਅਸੀਂ ਆਲਰੇਡੀ ਪ੍ਰੀਵੀਅਸ ਲੈਕਚਰਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਕਾਂਸਟੈਂਟ ਦਾ ਕੇਸ ਡਿਸਕਸ ਕਰ ਚੁੱਕੇ ਹਾਂ, ਠੀਕ ਹੈ, ਕਿ ਜਦੋਂ ਸਾਡੇ ਕੋਲ fn ਇੱਕ ਕਾਂਸਟੈਂਟ ਹੋਵੇ ਉਹ ਵਾਲਾ ਕੇਸ ਡਿਸਕਸ ਹੋ ਚੁੱਕਿਆ ਹੈ। ਐਕਸਪੋਨੈਂਸ਼ੀਅਲ ਹੋਵੇ ਇਹ ਵੀ ਡਿਸਕਸ ਹੋ ਚੁੱਕਿਆ ਹੈ। ਪੋਲੀਨੋਮੀਅਲ ਹੋਵੇ ਇਹ ਵੀ ਡਿਸਕਸ ਹੋ ਚੁੱਕਿਆ ਹੈ, ਠੀਕ ਹੈ। ਤੇ ਇਹਨਾਂ ਦੋਵਾਂ ਦੀ ਜੇ ਐਡੀਸ਼ਨ ਆ ਜਾਏ ਤਾਂ ਉਹਨੂੰ ਕਿਵੇਂ ਕਰਨਾ ਇਹ ਵੀ ਪ੍ਰੀਵੀਅਸ ਲੈਕਚਰ ਦੇ ਵਿੱਚ ਡਿਸਕਸ ਹੋਇਆ ਸੀਗਾ। ਹੁਣ ਅੱਜ ਦੇ ਲੈਕਚਰ ਵਿੱਚ ਅਸੀਂ ਡਿਸਕਸ ਕਰਨਾ ਹੈ ਪ੍ਰੋਡਕਟ ਆਫ ਏ ਪੋਲੀਨੋਮੀਅਲ ਐਂਡ ਐਕਸਪੋਨੈਂਸ਼ੀਅਲ ਫੰਕਸ਼ਨ। ਅਗਲੀ ਟਾਈਪ ਇਹ ਹੈ, ਤਾਂ ਅੱਜ ਦਾ ਲੈਕਚਰ ਇਹਦੇ ਉੱਪਰ ਫੋਕਸ ਕਰੇਗਾ ਸਾਰੇ ਦਾ ਸਾਰਾ ਕਿ ਪ੍ਰੋਡਕਟ ਆਫ ਏ ਪੋਲੀਨੋਮੀਅਲ ਐਂਡ ਐਕਸਪੋਨੈਂਸ਼ੀਅਲ, ਪੋਲੀਨੋਮੀਅਲ ਦੇ ਨਾਲ ਐਕਸਪੋਨੈਂਸ਼ੀਅਲ ਫੰਕਸ਼ਨ ਮਲਟੀਪਲਾਈ ਹੋਏਗਾ ਤੇ ਇਹਦਾ ਫਿਰ ਅਸੀਂ ਕਿਵੇਂ ਜਿਹੜਾ ਹੈ ਸੋਲੂਸ਼ਨ ਸੀਕੁਐਂਸ ਜਿਹੜੀ ਹੈ ਉਹ ਕਿਵੇਂ ਫਾਈਂਡ ਕਰਨੀ ਹੈ ਫॉर ਦਾ ਰੈਕਰੈਂਸ ਰਿਲੇਸ਼ਨ, ਇਹਦੇ ਬਾਰੇ ਗੱਲ ਹੋਈ। ਇਹ ਰੈਕਰੈਂਸ ਰਿਲੇਸ਼ਨ ਹੈ ਸਾਡੇ ਕੋਲ, ਠੀਕ ਹੈ। ਫਾਈਂਡ ਏ ਸੋਲੂਸ਼ਨ ਟੂ an minus 4an minus 1 plus 4an minus 2 equal to n plus 1 into 2n। ਤੁਸੀਂ ਦੇਖ ਸਕਦੇ ਹੋ ਇਹ ਨਾਨ ਹੋਮੋਜੀਨੀਅਸ ਰੈਕਰੈਂਸ ਹੈ। ਨਾਨ ਹੋਮੋਜੀਨੀਅਸ ਦੀ ਪਹਿਚਾਨ ਉਹੀ ਹੈ an ਜਿਹੜੀਆਂ ਟਰਮਸ ਨੇ ਉਹਨਾਂ ਤੋਂ ਇਲਾਵਾ ਕੋਈ ਹੋਰ ਟਰਮ ਜੇਕਰ ਪ੍ਰੈਜ਼ੈਂਟ ਹੋਵੇ ਨਾਨ ਜ਼ੀਰੋ ਟਰਮਸ ਤਾਂ ਅਸੀਂ ਕਹਿੰਦੇ ਆ ਇਹ ਨਾਨ ਹੋਮੋਜੀਨੀਅਸ ਹੈ। ਤਾਂ an minus 4an minus 1 plus 4an minus 2 equal to n plus 1 into 2n। ਤਾਂ ਇਸ ਦੇ ਵਿੱਚ ਕਿਤੇ ਵੀ an ਟਰਮ ਜਿਹੜੀ ਹੈ ਉਹ ਨਹੀਂ ਹੈਗੀ, ਸੋ ਦੈਟਸ ਵਾਈ ਦਿਸ ਇਜ਼ ਨਾਨ ਹੋਮੋਜੀਨੀਅਸ। ਤੇ ਜਿਹੜੀ ਟਾਈਪ ਮੈਂ ਗੱਲ ਕਰ ਰਿਹਾ ਸੀ ਕਿਸ ਟਾਈਪ ਦਾ ਹੋਏਗਾ, ਪੋਲੀਨੋਮੀਅਲ ਇਨਟੂ ਐਕਸਪੋਨੈਂਸ਼ੀਅਲ। ਤਾਂ n plus 1 ਇਹ ਪੋਲੀਨੋਮੀਅਲ ਹੋਗੀ ਔਰ 2 ਦੀ ਪਾਵਰ n ਇਹ ਦੇ ਨਾਲ ਐਕਸਪੋਨੈਂਸ਼ੀਅਲ ਮਲਟੀਪਲਾਈ ਦੇ ਵਿੱਚ ਆ ਗਿਆ। ਹੁਣ ਇਹ ਮਲਟੀਪਲਾਈ ਦੇ ਵਿੱਚ ਪ੍ਰੀਵੀਅਸ ਲੈਕਚਰ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਦੋਂ ਇਹ ਐਡੀਸ਼ਨ ਦੇ ਵਿੱਚ ਹੋਣਗੇ। ਪ੍ਰੀਵੀਅਸ ਲੈਕਚਰ ਦੇ ਵਿੱਚ ਅਸੀਂ ਆਹ ਵਾਲਾ ਕੁਐਸਚਨ ਡਿਸਕਸ ਕੀਤਾ ਸੀਗਾ, ਆਈ ਵਿਲ ਸ਼ੋ ਯੂ। ਇਹ ਵਾਲਾ ਸੀਗਾ ਪ੍ਰੀਵੀਅਸ ਲੈਕਚਰ ਦੇ ਵਿੱਚ 3n plus 2n, ਇਸ ਦੇ ਵਿੱਚ ਪੋਲੀਨੋਮੀਅਲ ਪਲੱਸ ਐਕਸਪੋਨੈਂਸ਼ੀਅਲ ਸੀਗਾ। ਤੇ ਅੱਜ ਜਿਹੜਾ ਕੁਐਸਚਨ ਅਸੀਂ ਸੋਲਵ ਕਰਨਾ ਹੈਗਾ ਉਸ ਦੇ ਵਿੱਚ ਹੈਗਾ ਸਾਡੇ ਕੋਲ ਪੋਲੀਨੋਮੀਅਲ ਇਨਟੂ ਐਕਸਪੋਨੈਂਸ਼ੀਅਲ n plus 1 into 2n। ਹੁਣ ਇਹ ਇਨਟੂ ਦੇ ਵਿੱਚ ਆ ਗਏ, ਪਿਛਲੇ ਲੈਕਚਰ ਦੇ ਵਿੱਚ ਇਹ ਦੋਵੇਂ ਪਲੱਸ ਦੇ ਵਿੱਚ ਸੀ। ਤਾਂ ਜੇਕਰ ਇਨਟੂ ਦੇ ਵਿੱਚ ਆ ਗਏ ਤਾਂ ਪਹਿਲਾਂ ਤਾਂ ਅਸੀਂ ਸਾਰੇ ਕੁਐਸਚਨਸ ਦੇ ਵਿੱਚ ਜਿਵੇਂ ਕਰਦੇ ਹੀ ਹੁੰਨੇ ਆ ਨਾਨ ਹੋਮੋਜੀਨੀਅਸ ਰੈਕਰੈਂਸਿਸ ਦੇ ਵਿੱਚ ਕਿ ਐਸੋਸੀਏਟਿਡ ਹੋਮੋਜੀਨੀਅਸ ਰੈਕਰੈਂਸ ਰਿਲੇਸ਼ਨ ਲਿਖਾਂਗੇ। ਤਾਂ ਆਬਵੀਅਸਲੀ ਇਹ ਸਾਰਾ ਜਿਹੜਾ ਸੀਕੁਐਂਸ ਵਾਲਾ ਹੈਗਾ an minus 4an minus 1 plus 4an minus 2 ਇਹਨੂੰ ਇਕੁਅਲ ਟੂ ਕੀ ਲੈਣਾ 0। ਇਹਦੇ ਕੋਰਸਪੋਂਡਿੰਗ ਅਸੀਂ ਜਿਹੜੀ ਕੈਰੈਕਟਰਿਸਟਿਕ ਇਕੁਏਸ਼ਨ ਹੈ ਉਹ ਫਾਈਂਡ ਕਰ ਲੈਣੇ ਹੁੰਦੇ ਆ ਸੇਮ ਉਸੇ ਤਰ੍ਹਾਂ। an ਦੇ ਕੋਰਸਪੋਂਡਿੰਗ r ਸਕੁਆਇਰ ਆ ਜਾਊਗਾ, an minus 1 ਲਈ r ਆ ਜਾਊਗਾ ਔਰ an minus 2 ਲਈ ਕੱਲਾ ਕਾਂਸਟੈਂਟ r ਦੀ ਪਾਵਰ 0 ਤਾਂ ਕੱਲਾ ਕੋਐਫੀਸ਼ੀਐਂਟ ਆ ਗਿਆ +4। ਤਾਂ ਦਿਸ ਵਿਲ ਬੀ ਯੋਰ ਕੈਰੈਕਟਰਿਸਟਿਕ ਇਕੁਏਸ਼ਨ। ਇਹਦੇ ਫੈਕਟਰਸ ਬਣਾਏ ਤਾਂ ਦੋਵੇਂ ਰੂਟਸ ਜਿਹੜੇ ਹੈਗੇ ਆ 2, 2 ਆ ਗਏ ਸਾਡੇ ਕੋਲ, ਠੀਕ ਹੈ। ਰਿਪੀਟਿਡ ਰੂਟ ਹੈ ਤਾਂ ਰਿਪੀਟਿਡ ਰੂਟ ਦੇ ਕੋਰਸਪੋਂਡਿੰਗ ਹੋਮੋਜੀਨੀਅਸ ਸੋਲੂਸ਼ਨ ਕਿਵੇਂ ਬਣਾਈਦਾ ਸੀ, ਅਲਫਾ 1 ਕਿਉਂਕਿ 2 ਟਾਈਮਸ ਰਿਪੀਟ ਹੋਇਆ ਵੀ ਹੈਵ ਟੂ ਪ੍ਰੋਵਾਈਡ ਇਟ 2 ਕਨਸਟੈਂਟਸ ਅਲਫਾ 1 ਐਂਡ ਅਲਫਾ 2। ਇੱਕ ਦੇ ਨਾਲ 1 ਆ ਗਿਆ ਦੂਸਰੇ ਨਾਲ ਫਿਰ n ਆ ਗਿਆ, ਰਿਪੀਟਿਡ ਦਾ ਕੇਸ ਹੈ ਤਾਂ 2 ਦੀ ਪਾਵਰ n ਇਹ ਦਾ ਹੋਮੋਜੀਨੀਅਸ ਸੋਲੂਸ਼ਨ ਹੋ ਗਿਆ। ਹੁਣ ਨੈਕਸਟ ਅਸੀਂ ਜਦੋਂ ਹੁਣ ਇਹਦਾ ਪਾਰਟਿਕੂਲਰ ਸੋਲੂਸ਼ਨ ਫਾਈਂਡ ਕਰਨਾ ਹੈਗਾ ਉਹਦੇ ਬਾਰੇ ਗੱਲ ਕਰਾਂਗੇ। ਤਾਂ ਪਾਰਟਿਕੂਲਰ ਸੋਲੂਸ਼ਨ ਦੇ ਲਈ an ਅਸੀਂ ਕੀ ਕੰਸੀਡਰ ਕਰਨਾ ਹੈ, ਜਿਹੋ ਜਿਹਾ ਸਾਡੇ ਕੋਲ ਫੰਕਸ਼ਨ ਹੁੰਦਾ ਹੈ ਹਮੇਸ਼ਾ ਅਸੀਂ ਉਸਾ ਹੀ ਜਿਹੜਾ ਆਪਣਾ ਪਾਰਟਿਕੂਲਰ ਸੋਲੂਸ਼ਨ ਹੈ ਸਪੋਜ਼ ਕਰਦੇ ਹਾਂ। ਉਰੇ n plus 1 into 2n ਹੈ, ਇਹਦਾ ਮਤਲਬ n plus 1 ਪੋਲੀਨੋਮੀਅਲ ਹੈ ਤਾਂ ਪੋਲੀਨੋਮੀਅਲ 1 ਡਿਗਰੀ ਦੀ ਹੈ ਤਾਂ 1 ਡਿਗਰੀ ਦੀ ਪੋਲੀਨੋਮੀਅਲ ਲਈ ਮੈਂ ਤੁਹਾਨੂੰ ਦੱਸਿਆ ਸੀ cn plus d ਆਪਣੇ ਕੋਲ ਆਂਦਾ ਹੈਗਾ ਤੇ 2 ਦੀ ਪਾਵਰ n ਨਾਲ ਐਜ਼ ਇਟ ਇਜ਼, ਇਸ ਤਰ੍ਹਾਂ ਤੁਸੀਂ ਇਹਨੂੰ ਸਪੋਜ਼ ਕਰ ਲੈਣਾ। ਹੁਣ ਇੱਕ ਕੁਐਸਚਨ ਜਿਹੜਾ ਉਰੇ ਰੇਜ਼ ਹੁੰਦਾ ਹੈਗਾ ਮੈਂ ਉਹ ਕਲੀਅਰ ਕਰਦਾ ਕਿ ਹਰ ਕੋਈ ਕਹਿੰਦਾ ਕਿ ਅਸੀਂ ਪੋਲੀਨੋਮੀਅਲ ਦੇ ਕੋਰਸਪੋਂਡਿੰਗ ਤਾਂ ਲੈ ਲਿਆ ਹੈਗਾ cn plus d, ਬਟ ਜਿਹੜਾ ਬਾਹਰ 2n ਹੈ ਉਹਦੇ ਲਈ ਅਸੀਂ ਐਵੇਂ ਲੈਂਦੇ ਹੁੰਦੇ ਆ p into 2n ਐਕਸਪੋਨੈਂਸ਼ੀਅਲ ਦੇ ਲਈ ਅਸੀਂ ਐਵੇਂ ਲੈਂਦੇ। ਬਟ ਮੈਂ ਉਰੇ ਇਹ ਗੱਲ ਕਲੀਅਰ ਕਰ ਦਵਾਂ ਕਿ ਜੇ ਤੁਸੀਂ ਉਰੇ p ਲੈ ਵੀ ਲਿਆ then it does not matter because ਜਦੋਂ ਇਹ p ਅੰਦਰ ਮਲਟੀਪਲਾਈ ਹੋਣਾ ਹੈ it will become cpnd plus dp into 2 ਦੀ ਪਾਵਰ n ਐਵੇਂ ਬਣ ਜਾਏਗਾ। ਤੇ ਜਿਹੜਾ c into p ਹੈ ਇਸਨੂੰ ਅਸੀਂ ਲੈਟ ਕਰ ਲੈਣਾ ਕੈਪੀਟਲ cn ਔਰ ਜਿਹੜਾ d into p ਹੈ ਇਸਨੂੰ ਅਸੀਂ ਲੈਟ ਕਰ ਲੈਣਾ ਕੈਪੀਟਲ d। ਤਾਂ ਅਗੇਨ ਤੁਸੀਂ ਦੇਖ ਸਕਦੇ ਹੋ ਆਹੀ ਚੀਜ਼ ਬਣ ਗਈ ਤੁਹਾਡੇ ਕੋਲ cn plus d 2 ਦੀ ਪਾਵਰ n। ਤਾਂ ਕਹਿਣ ਦਾ ਮਤਲਬ ਕਿਉਂਕਿ ਇਹ ਆਰਬਿਟਰੀ ਕਾਂਸਟੈਂਟ ਹੈ ਜੇ ਤੁਸੀਂ ਉਰੇ ਬਾਹਰ ਇੱਕ ਐਕਸਟਰਾ p ਲੈ ਵੀ ਲਓਗੇ then it doesn't matter, ਫਿਰ ਤੁਹਾਨੂੰ ਸੋਲਵ ਕਰਨ ਵਾਸਤੇ 3 ਕਾਂਸਟੈਂਟਸ ਹੋ ਜਾਣਗੇ c d and p।
तो इसलिए बेटर यही है कि ਅਸੀਂ दो ही कॉन्स्टेंट्स ले लिए क्योंकि ये p जब अंदर मल्टीप्लाई होना है इट इज अगेन ए आर्बिट्रेरी कांस्टेंट both of them are so I have taken it as equal to capital C and it as equal to capital T. So in multiplication case you don't need to take p into 2n here, simply take the constants of according to the polynomial n plus 1 ਸੀਗਾ ਤਾਂ ਇਹਦੇ ਜਿਹੜੇ constants ਹੈ ਜਿਵੇਂ ਆਪਾਂ ਲੈਣੇ ਹੁੰਨੇ ਆ ਉਹੀ ਲੈ ਲੈਣੇ ਤੇ ਬਾਹਰ ਬਸ exponential as it is multiply ਦੇ ਵਿੱਚ ਆ ਜਾ। ਤਾਂ ਇਸ ਤਰ੍ਹਾਂ ਤੁਸੀਂ ਮਲਟੀਪਲਾਈ ਵਾਲਾ ਜਿਹੜਾ ਕੇਸ ਹੈਗਾ ਪੋਲੀਨੋਮੀਅਲ ਇਨਟੂ ਐਕਸਪੋਨੈਂਸ਼ੀਅਲ ਵਾਲਾ ਉਸ ਦਾ ਪਾਰਟਿਕੂਲਰ ਸੋਲੂਸ਼ਨ ਸਪੋਜ਼ ਕਰਨਾ। ਫਿਰ ਨੈਕਸਟ ਸਟੈਪ ਸਾਡਾ ਕੀ ਹੁੰਦਾ ਹੈ, ਅਸੀਂ ਨਾਲ ਦੀ ਨਾਲ ਇਹਨੂੰ ਚੈੱਕ ਕਰਦੇ ਹੁੰਨੇ ਆ ਕਿ ਸਾਡਾ ਜਿਹੜਾ ਹੋਮੋਜੀਨੀਅਸ ਸੋਲੂਸ਼ਨ ਹੈ ਕਿਤੇ ਉਹਦੇ ਵਿੱਚ ਜੇ ਆਪਾਂ ਇਸ ਨੂੰ ਓਪਨ ਕਰੀਏ ਦੋ ਟਰਮਸ ਬਣਦੀਆਂ ਨੇ cn into 2n plus d into 2n ਇਹ ਦੋ ਟਰਮਸ ਬਣਦੀਆਂ ਨੇ ਜੇ ਅਸੀਂ ਇਹਨੂੰ ਓਪਨ ਕਰੀਏ ਫਿਰ ਅਸੀਂ ਚੈੱਕ ਕਰਦੇ ਹੁੰਨੇ ਆ ਕਿ ਕੇਸ ਆਫ ਫੇਲਿਅਰ ਨਾ ਬਣ ਜਾਵੇ ਕਿਤੇ ਜੇ ਅਸੀਂ ਇਹ ਵਾਲਾ ਪਾਰਟਿਕੂਲਰ ਸੋਲੂਸ਼ਨ ਲਿੱਤਾ ਤਾਂ ਅਸੀਂ ਉਸ ਨੂੰ ਪਹਿਲਾਂ ਹੀ ਕਿਵੇਂ ਜੱਜ ਕਰ ਸਕਦੇ ਹਾਂ ਕਿ ਕੇਸ ਆਫ ਫੇਲਿਅਰ ਬਣੇਗਾ। ਉਸ ਦੇ ਲਈ ਅਸੀਂ ਇਹਨੂੰ ਮਿਲਾਣੇ ਹੁੰਨੇ ਆਪਣੇ ਜਿਹੜਾ ਆਪਣਾ ਹੋਮੋਜੀਨੀਅਸ ਹੁੰਦਾ ਹੋਮੋਜੀਨੀਅਸ ਸਾਡਾ ਇਹ ਵਾਲਾ ਸੀਗਾ α1 n α2 into 2 ਦੀ ਪਾਵਰ n ਇਹਦੇ ਨਾਲ ਅਸੀਂ ਇਹਨੂੰ ਮੈਚ ਕਰਦੇ ਜੇ ਇੱਕ ਵੀ ਟਰਮ ਸਾਡੀ ਪਾਰਟਿਕੂਲਰ ਸੋਲੂਸ਼ਨ ਜੋ ਅਸੀਂ ਸਪੋਜ਼ ਕੀਤਾ ਹੈ ਹੋਮੋਜੀਨੀਅਸ ਦੀ ਟਰਮ ਨਾਲ ਮੈਚ ਕਰ ਜਾਏਗੀ that means ਸਾਡੇ ਕੋਲ ਫਿਰ ਕੇਸ ਆਫ ਫੇਲਿਅਰ ਆਏਗਾ ਹੀ ਆਏਗਾ। ਤਾਂ ਉਰੇ ਤਾਂ ਦੋਵੇਂ ਹੀ ਟਰਮਸ ਤੁਸੀਂ ਦੇਖ ਸਕਦੇ ਹੋ d into 2n और cn into 2n ਇਹ ਦੋਵੇਂ ਦੀਆਂ ਦੋਵੇਂ ਮੈਚ ਕਰਦੀਆਂ ਨੇ ਕਿਉਂਕਿ ਇਹਨੂੰ ਵੀ ਜੇਕਰ ਅਸੀਂ ਓਪਨ ਕਰੀਏ α1 2n plus n α2 2n ਇਹ ਬੰਦਾ ਹੈਗਾ ਤਾਂ d into 2n ਇਹਦੇ ਨਾਲ ਮੈਚ ਕਰ ਗਿਆ ਹੈਗਾ ਠੀਕ ਹੈ। ਇਹ ਦੋਵੇਂ ਸੇਮ ਨੇ ਟਰਮਸ ਤੁਸੀਂ ਦੇਖ ਸਕਦੇ ਹੋ वही टाइप है कांस्टेंट into 2 ਦੀ ਪਾਵਰ n ਇਹ ਵੀ कांस्टेंट into 2 ਦੀ ਪਾਵਰ n ਇਸੇ ਤਰ੍ਹਾਂ ਇਹ ਵਾਲੀ ਜਿਹੜੀ ਟਰਮ ਹੈ ਇਹ ਆਪਣੀ cn 2n ਦੇ ਨਾਲ ਮੈਚ ਕਰ ਗਈ ਤਾਂ ਇਸ ਦੇ ਵਿੱਚ ਤਾਂ ਦੋਵੇਂ ਹੀ ਟਰਮਸ ਜਿਹੜੀਆਂ ਹੈ ਸਾਡੀਆਂ ਹੋਮੋਜੀਨੀਅਸ ਦੇ ਨਾਲ ਮੈਚ ਕਰੀ ਜਾਂਦੀਆਂ ਨੇ ਤਾਂ ਇਹਦਾ ਮਤਲਬ ਕੀ ਹੈਗਾ ਕਿ ਉਰੇ ਕੇਸ ਆਫ ਫੇਲਿਅਰ ਬਣੂਗਾ ਹੀ ਬਣੂਗਾ। ਤਾਂ ਇਸ ਕਰਕੇ ਅਸੀਂ ਉਸ ਤੋਂ ਪਹਿਲਾਂ ਹੀ ਬਚਣ ਵਾਸਤੇ ਕੀ ਕਰਾਂਗੇ ਫਿਰ ਇਹਨੂੰ ਇੱਕ into n ਕਰ ਦਵਾਂਗੇ ਇਹਨੂੰ into n ਕਰ ਦਿੱਤਾ ਜੋ ਵੀ ਆਪਣਾ ਸਾਰਾ ਇਹ ਸੀਗਾ। ਤਾਂ ਉਰੇ ਹੁਣ ਜਿਹੜਾ ਹੈ ਪਲੱਸ ਦੇ ਕੇਸ ਤੋਂ ਡਿਫਰੈਂਸ ਹੁੰਦਾ ਹੈ ਜਿਵੇਂ ਆਪਾਂ ਲਾਸਟ ਕੁਐਸਚਨ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿਉਂਕਿ ਜੇ ਉਰੇ ਪਲੱਸ 2n ਸੀਗਾ ਤਾਂ ਅਸੀਂ ਸਿਰਫ ਇਹ ਦੇਖਿਆ ਕਿ ਇਹ ਪ੍ਰੋਬਲਮ ਕ੍ਰੀਏਟ ਕਰ ਰਿਹਾ ਤਾਂ ਸਿਰਫ n ਕੱਲਾ 2n ਦੇ ਨਾਲ ਮਲਟੀਪਲਾਈ ਕੀਤਾ ਸੀ ਜਦੋਂ ਉਰੇ ਪਲੱਸ ਸੀਗਾ ਵਿੱਚ ਬਟ ਉਰੇ ਹੁਣ ਇਹ ਕਿਉਂਕਿ ਇਕੱਠੀ ਹੀ ਟਰਮ ਹੈ ਸਾਡੇ ਕੋਲ ਮਲਟੀਪਲਾਈ ਦੇ ਵਿੱਚ ਹੈਗੀ ਆ ਤਾਂ ਇਸ ਕਰਕੇ ਉਰੇ n ਜਿਹੜਾ ਹੈ ਇਹ ਸਾਰੀ ਟਰਮ ਨਾਲ ਹੀ ਮਲਟੀਪਲਾਈ ਹੋਣਾ ਹੈਗਾ ਇਨਟੂ n ਕਰ ਲਿਆ ਹੈਗਾ ਸਾਰੀ ਟਰਮ। ਬਟ ਹੁਣ ਇਹਦੇ ਨਾਲ ਵੀ ਕਰਨ ਦੇ ਨਾਲ ਕੀ ਹੋਇਆ ਤੁਸੀਂ ਦੇਖ ਸਕਦੇ ਹੋ ਜਿਹੜੀ ਟਰਮ ਆਪਣੇ ਕੋਲ ਜਦੋਂ ਇਹਨੂੰ ਓਪਨ ਕਰਾਂਗੇ ਇਹ ਕੀ ਬਣੇਗਾ cn ਸਕੁਅਰ 2 ਦੀ ਪਾਵਰ n plus dn into 2 ਦੀ ਪਾਵਰ n ਇਹ ਐਵੇਂ ਬਣੇਗਾ। ਤਾਂ ਇਹਦੇ ਵਿੱਚੋਂ ਹਲੇ ਵੀ ਇੱਕ ਟਰਮ ਜਿਹੜੀ ਹੈ dn2n ਇਹ ਵੀ ਹੋਮੋਜੀਨੀਅਸ ਸੋਲੂਸ਼ਨ ਦੀ ਜਿਹੜੀ ਆ ਵਾਲੀ ਟਰਮ ਸੀਗੀ ਹੋਮੋਜੀਨੀਅਸ ਇਹ ਸੀਗਾ ਸਾਡਾ α1 2n plus n α2 2n ਇਹ ਸਾਡਾ ਹੋਮੋਜੀਨੀਅਸ ਸੀਗਾ। ਤਾਂ ਆ ਵਾਲੀ ਟਰਮ ਜਿਹੜੀ ਹੈ dn2n ਇਹਦੇ ਨਾਲ ਮੈਚ ਫੇਰ ਕਰੀ ਜਾਂਦੀ ਹੈ ਇਹ ਸੈਕੰਡ ਟਰਮ ਅਗੇਨ ਇੱਕ ਟਰਮ ਦੇ ਨਾਲ ਮੈਚ ਕਰੀ ਜਾਂਦੀ ਸੋ ਵੀ ਵਿਲ ਕੰਸੀਡਰ an ਇਕੁਅਲ ਟੂ ਫਿਰ ਅਸੀਂ ਕੀ ਕਰਾਂਗੇ n ਨੂੰ ਚੇਂਜ ਕਰ ਲਾਂਗੇ n ਸਕੁਅਰ ਦੇ ਵਿੱਚ ਇੱਕ ਹੋਰ n ਜਿਹੜਾ ਹੈਗਾ ਮਲਟੀਪਲਾਈ ਦੇ ਵਿੱਚ ਲੈ ਲਓ। ਸੋ ਹੁਣ ਤੁਸੀਂ ਦੇਖ ਸਕਦੇ ਹੋ ਇਹਨੂੰ ਜਦ ਓਪਨ ਕਰੋਗੇ ਯੂ ਵਿਲ ਗੈਟ cn ਕਿਊਬ 2n ਐਂਡ dn ਸਕੁਅਰ 2n ਤਾਂ ਉਹਨਾਂ ਦੀ ਦੋਵਾਂ ਦੀ ਕੋਈ ਵੀ ਟਰਮ ਜਿਹੜੀ ਹੈ ਹੁਣ ਹੋਮੋਜੀਨੀਅਸ ਨਾਲ ਮੈਚ ਨਹੀਂ ਕਰੇਗੀ। ਸੋ this can be our particular solution ਤੇ ਇਸ ਦੇ ਲਈ ਅਸੀਂ ਫਿਰ c ਤੇ d ਜਿਹੜਾ ਹੈਗਾ ਉਹ ਫਾਈਂਡ ਕਰ ਲੈਣਾ ਔਰ c ਤੇ d ਵੀ ਜਿਹੜਾ ਫਾਈਂਡ ਕਰਨਾ ਹੈਗਾ ਕੈਲਕੂਲੇਸ਼ਨ ਬੜੇ ਧਿਆਨ ਨਾਲ ਕਰਨੀ ਪੈਣੀ ਸਾਨੂੰ ਕਿਉਂਕਿ ਕਿਊਬਿਕ ਬਣ ਚੁੱਕੀ ਹੈ cn ਕਿਊਬ ਆ ਗਿਆ ਪਲੱਸ dn ਸਕੁਅਰ ਆ ਗਿਆ। ਤਾਂ ਪਹਿਲਾਂ ਤਾਂ an-1 ਦੀ ਵੈਲਿਊ ਫਾਈਂਡ ਕਰ ਲਓ ਕੀ ਬਣੇਗੀ ਅਕੋਰਡਿੰਗਲੀ ਜਿੱਥੇ ਜਿੱਥੇ n ਹੈ ਉਹਨੂੰ ਚੇਂਜ ਕਰ ਦਿੱਤਾ n-1 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ n ਹੈ ਉਹਨੂੰ n-1 ਕਰ ਦਿੱਤਾ। ਇਸੇ ਤਰ੍ਹਾਂ an-2 ਕਰਨ ਦੇ ਲਈ ਜਿੱਥੇ n ਹੈ ਉਹਨੂੰ n-2 ਕਰ ਦਿੱਤਾ ਈਜ਼ੀਲੀ ਯੂ ਕੈਨ ਕੰਪੇਅਰ ਇਟ ਜਿੱਥੇ ਜਿੱਥੇ n ਹੈ ਉਹ n-2 ਦੇ ਵਿੱਚ ਕਨਵਰਟ ਹੋ ਗਿਆ ਫॉर an-2 ਤੇ ਫਿਰ ਇਹ ਤਿੰਨੇ ਵੈਲਿਊਜ਼ ਜਿਹੜੀਆਂ ਹੈ an-1 an-2 ਇਹ ਤਿੰਨੇ ਵੈਲਿਊਜ਼ ਤੁਸੀਂ ਉਰੇ ਰੈਕਰੈਂਸ ਰਿਲੇਸ਼ਨ ਦੇ ਵਿੱਚ ਇਹ ਸਬਸਟੀਟਿਊਟ ਕਰ ਦੇਣੀਆਂ ਹੈ। ਤਾਂ ਦੇਖ ਸਕਦੇ ਹੋ ਜਦੋਂ ਅਸੀਂ ਆ ਸਬਸਟੀਟਿਊਟ ਕੀਤਾ ਪਹਿਲਾਂ ਸੀਗਾ ਉੱਥੇ an ਦੀ ਵੈਲਿਊ ਹੋਗੀ ਫਿਰ ਸੀ -4 ਟਾਈਮਸ an-1 ਆ ਸਾਰੀ an-1 ਦੀ ਵੈਲਿਊ ਫਿਰ ਸੀ +4 ਟਾਈਮਸ an-2 ਇਹ ਉਹਦੀ ਵੈਲਿਊ ਆ ਗਈ ਤੇ ਇਕੁਅਲਸ ਟੂ ਉਹ ਸੀਗੀ ਸਾਰੀ ਇਕੁਏਸ਼ਨ ਸਾਡੇ ਕੋਲ n+1 into 2n ਦੇ ਬਰਾਬਰ। ਹੁਣ ਇਸ ਨੂੰ ਓਪਨ ਕਰ ਲਿਆ ਹੈਗਾ ਇਹ ਬਣ ਗਿਆ cn ਕਿਊਬ plus 2n ਸਕੁਅਰ plus dn ਸਕੁਅਰ ਤੇ ਇੱਕ ਚੀਜ਼ ਹੋਰ ਕੀਤੀ ਹੈ ਸਟੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ 2 ਦੀ ਪਾਵਰ n ਵਾਲਾ ਜਿਹੜੀ ਐਕਸਪੋਨੈਂਸ਼ੀਅਲ ਵਾਲਾ ਹੈ ਫੰਕਸ਼ਨ ਸਾਡੇ ਕੋਲ ਹਰੇਕ ਟਰਮ ਦੇ ਵਿੱਚ ਹੈਗਾ ਬਟ ਲੀਸਟ ਪਾਵਰ ਕਿੰਨੀ ਹੈਗੀ ਹੈ n-2 2 ਦੀ n-2 ਹੈਗੀ ਹੈ ਇਸ ਦੀ। ਤਾਂ ਇਸ ਕਰਕੇ ਅਸੀਂ ਕੀ ਕੀਤਾ ਜਿਹੜੀ ਇਹ ਲੀਸਟ ਪਾਵਰ ਹੈਗੀ ਆ 2 ਦੀ n-2 ਇਹ ਵਾਲੀ ਇਸ ਦੇ ਨਾਲ ਸਾਰੀਆਂ ਟਰਮਸ ਨੂੰ ਡਿਵਾਈਡ ਕਰ ਦਿੱਤਾ। ਜੇ ਤੁਸੀਂ ਉਰੇ ਇਹਨੂੰ ਡਿਵਾਈਡ ਕਰਵਾਓਗੇ 2n upon 2n-2
ਤਾਂ ਕੀ ਹੋਊਗਾ ਤੁਹਾਡੇ ਕੋਲ ਰਿਮੇਨਿੰਗ ਕੀ ਰਹੂਗਾ 2 ਦੀ n ਕੈਨਸਲ ਹੋ ਗਿਆ 1/2 ਦਾ -2 ਮਤਲਬ ਕੀ ਰਹਿ ਗਿਆ ਤੁਹਾਡੇ ਕੋਲ ਇਹ 4 ਦੇ ਬਰਾਬਰ। ਤਾਂ ਇਸ ਕਰਕੇ ਇਸ ਟਰਮ ਨੂੰ ਆ ਤੁਸੀਂ ਦੇਖ ਸਕਦੇ ਹੋ 4 ਨਾਲ ਮਲਟੀਪਲਾਈ ਕੀਤਾ ਹੋਇਆ। ਇਸੇ ਤਰ੍ਹਾਂ 2n-1 ਹੈਗਾ, ਇਹਨੂੰ ਜੇ 2n-1 ਨੂੰ 2n-2 ਨਾਲ ਡਿਵਾਈਡ ਕਰੋਗੇ ਯੂ ਵਿਲ ਰਿਮੇਨ ਵਿਦ 2 ਦੀ ਪਾਵਰ -1 ਯਾਨੀ ਓਨਲੀ 2। ਤਾਂ ਉਰੇ ਤੁਸੀਂ ਦੇਖ ਸਕਦੇ ਹੋ ਆ 4 ਆਲਰੇਡੀ ਹੈਗਾ ਸੀਗਾ, ਆ 2 ਇੱਥੋਂ ਦੀ ਇਹ ਮਲਟੀਪਲਾਈ ਦੇ ਵਿੱਚ ਆ ਗਿਆ। ਤੇ ਇਸੇ ਤਰ੍ਹਾਂ ਉਰੇ ਤਾਂ 2n-2 ਸਾਰੇ ਦਾ ਸਾਰੇ ਹੀ ਕੈਨਸਲ ਹੋ ਗਿਆ, ਉਰੇ ਕੁਝ ਵੀ ਮਲਟੀਪਲਾਈ ਨਹੀਂ ਹੋਇਆ ਐਕਸਟਰਾ, 4 ਦਾ 4 ਹੀ ਐਜ਼ ਇਟ ਇਜ਼ ਹੈ। ਤੇ ਰਾਈਟ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ 2 ਦੀ ਪਾਵਰ n ਹੈ, ਤੇ ਇਹਨੂੰ ਜੇ 2 ਦੀ n-2 ਨਾਲ ਡਿਵਾਈਡ ਕੀਤਾ ਤਾਂ ਅੱਗੇ 4 ਆ ਜਾਏਗਾ, 4 into n+1। ਤਾਂ ਹਮੇਸ਼ਾ ਅਸੀਂ ਇਹੀ ਕਰਨਾ ਹੁੰਦਾ ਜੇ ਐਕਸਪੋਨੈਂਸ਼ੀਅਲ ਸਾਰਿਆਂ ਦੇ ਵਿੱਚ ਹੋਵੇ, ਪਹਿਲਾਂ ਲੀਸਟ ਪਾਵਰ ਨਾਲ ਜੋ ਵੀ ਉਸ ਐਕਸਪੋਨੈਂਸ਼ੀਅਲ ਦੀ ਹੈਗੀ ਹੈ ਡਿਵਾਈਡ ਕਰਵਾ ਕੇ ਤੁਸੀਂ ਫਾਈਂਡ ਕਰ ਲੈਣਾ ਹੈਗਾ। ਤੇ ਹੁਣ ਨੈਕਸਟ ਇਸ ਦੇ ਵਿੱਚ ਕੀ ਕੀਤਾ, ਆ ਕਿਊਬ ਜਿਹੜਾ ਹੈਗਾ ਓਪਨ ਕਰ ਲਿਆ ਹੈਗਾ n-1 ਦਾ ਕਿਊਬ, n-1 ਦਾ ਸਕੁਅਰ ਓਪਨ ਕਰ ਲਿਆ ਹੈਗਾ, n-2 ਦਾ ਕਿਊਬ ਓਪਨ ਕਰ ਲਿਆ, n-2 ਦਾ ਸਕੁਅਰ ਓਪਨ ਕਰ ਲਿਆ। ਠੀਕ ਹੈ, ਇਹ ਸਾਰੀਆਂ ਟਰਮਸ ਜਿਹੜੀਆਂ ਹੈ ਸਕੁਅਰਸ ਵਗੈਰਾ ਕਿਊਬਸ ਵਗੈਰਾ ਓਪਨ ਕਰਕੇ ਲਿਖੀਆਂ ਹੋਈਆਂ, ਇਹ ਟਰਮ ਐਜ਼ ਇਟ ਇਜ਼ ਉਰੇ ਆ ਗਈ। ਹੁਣ ਤੁਸੀਂ ਕੀ ਕਰਨਾ ਹੈ, ਜਿਹੜਾ n ਕਿਊਬ ਹੈ ਉਹਦੇ ਕੋਐਫੀਸ਼ੀਐਂਟਸ ਇਕੱਠੇ ਕਰੋ, ਕਿਉਂਕਿ ਹਾਈਐਸਟ ਡਿਗਰੀ n ਦੀ 3 ਹੈ ਉਰੇ ਆਪਣੇ ਕੋਲ। ਤਾਂ ਟਰਮ ਵਾਈਜ਼ ਚੱਲੀ ਚਲੋ, ਪਹਿਲਾਂ n ਕਿਊਬ ਦੇ ਕੋਐਫੀਸ਼ੀਐਂਟਸ, ਫਿਰ n ਸਕੁਅਰ ਦੇ, ਫਿਰ n ਦੇ, ਫਿਰ ਕਾਂਸਟੈਂਟ ਆ। ਤਾਂ n ਕਿਊਬ ਦਾ ਕੋਐਫੀਸ਼ੀਐਂਟ ਤੁਸੀਂ ਦੇਖ ਸਕਦੇ ਹੋ, ਪਹਿਲੀ ਟਰਮ ਦੇ ਵਿੱਚੋਂ ਆਏਗਾ 4c, ਇਸ ਟਰਮ ਦੇ ਵਿੱਚੋਂ ਕੀ ਆਏਗਾ -8c, ਇਸ ਟਰਮ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚੋਂ +4c, ਇਹ ਬਣ ਗਿਆ n ਕਿਊਬ ਦਾ ਕੋਐਫੀਸ਼ੀਐਂਟ। ਫਿਰ n ਸਕੁਅਰ ਦਾ ਕੋਐਫੀਸ਼ੀਐਂਟ ਇਕੱਠਾ ਕਰੋ, ਇਸ ਟਰਮ ਦੇ ਵਿੱਚੋਂ ਆਏਗਾ dn ਸਕੁਅਰ ਹੈ, ਇਹਦੇ ਨਾਲ 4 ਮਲਟੀਪਲਾਈ ਹੋਏਗਾ 4d। ਇਸੇ ਤਰ੍ਹਾਂ -3 ਹੈ ਔਰ ਇਸ ਨੂੰ ਮਲਟੀਪਲਾਈ ਕਰਨਾ -8c +24c, -2 ਹੈ ਸੌਰੀ ਓਨਲੀ ਉਰੇ ਆਪਣੇ ਕੋਲ n ਸਕੁਅਰ ਕਰ ਰਹੇ ਹਾਂ, ਉਰੇ ਓਨਲੀ d ਹੈ ਔਰ -8 ਬਾਹਰ ਹੈ, -8d। ਸਿਮਿਲਰਲੀ ਇਹਦੇ ਵਿੱਚੋਂ -24c ਤੇ +4d। ਠੀਕ ਹੈ, ਇਹਦੇ ਵਿੱਚੋਂ ਆ -6 into 4c ਕਰਾਂਗੇ 24c ਔਰ ਇਹ 4d, ਇਹ ਆ ਗਿਆ ਹੈਗਾ। ਸਿਮਿਲਰਲੀ ਤੁਸੀਂ n ਦੇ ਕੋਐਫੀਸ਼ੀਐਂਟਸ ਤੇ ਫਿਰ ਕਾਂਸਟੈਂਟ ਟਰਮ ਜਿਹੜੀ ਹੈਗੀ ਆ ਉਹ ਇਕੱਠੀ ਕਰ ਲੈਣੀ। ਬਟ ਉਰੇ ਤੁਸੀਂ ਇੱਕ ਚੀਜ਼ ਚੈੱਕ ਕਰੋਗੇ, ਜਿਹੜਾ n ਕਿਊਬ ਦਾ ਕੋਐਫੀਸ਼ੀਐਂਟ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 4c + 4c 8c ਬਣ ਗਿਆ, ਤਾਂ +8c ਔਰ -8c ਇਹ ਦੋਵੇਂ ਕੈਨਸਲ ਹੋ ਗਏ। ਇਸੇ ਤਰ੍ਹਾਂ n ਸਕੁਅਰ ਦੇ ਕੋਐਫੀਸ਼ੀਐਂਟ ਵਿੱਚ ਵੀ ਤੁਸੀਂ ਦੇਖ ਸਕਦੇ ਹੋ 4d + 4d, ਜਿਹੜਾ n ਸਕੁਅਰ ਦਾ ਕੋਐਫੀਸ਼ੀਐਂਟ ਹੈ ਇਸ ਦੇ ਵਿੱਚ ਆ ਦੇਖੋ 4d + 4d 8d ਔਰ ਇਹ -8d, ਇਹ ਦੋਵੇਂ ਇਹ ਸਾਰੇ ਆਪਸ ਵਿੱਚ ਕੈਨਸਲ ਹੋ ਗਏ ਔਰ c ਵਾਲੇ ਵੀ ਆਪਸ ਵਿੱਚ ਕੈਨਸਲ ਹੋ ਗਏ। ਤਾਂ ਇਹ ਵੀ ਟਰਮ ਖਤਮ ਹੋਗੀ, ਸਿਰਫ ਇਹ ਕੋਐਫੀਸ਼ੀਐਂਟ ਤੁਹਾਡੇ ਕੋਲ ਬਚੇਗਾ ਤੇ ਇੱਕ ਕਾਂਸਟੈਂਟ ਟਰਮ ਬਚੇਗੀ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 16d ਸਾਡਾ ਕੈਨਸਲਡ ਹੈ, -24c + 48c ਮੀਨਸ 24c, ਔਰ ਇਹ ਕਿਉਂਕਿ n ਦਾ ਕੋਐਫੀਸ਼ੀਐਂਟ ਹੈ ਔਰ ਇੱਧਰ n ਦਾ ਕੋਐਫੀਸ਼ੀਐਂਟ ਸਾਡੇ ਕੋਲ ਕਿੰਨਾ ਹੈਗਾ 4, ਤਾਂ ਇਹਨੂੰ 4 ਦੇ ਇਕੁਏਟ ਕਰ ਲਿਆ। ਤਾਂ ਇਹਦੇ ਵਿੱਚੋਂ ਤੁਹਾਡੇ ਕੋਲ c ਦੀ ਵੈਲਿਊ ਫਾਈਂਡ ਹੋਗੀ, c ਆ ਗਿਆ 1/6। ਫਿਰ ਇਸ ਤੋਂ ਬਾਅਦ ਫਿਰ ਕਾਂਸਟੈਂਟ ਟਰਮ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ -8d + 16d it will be +8d and 8c - 32c it will be -24c। ਔਰ ਇੱਕ ਕਾਂਸਟੈਂਟ ਟਰਮ ਹੈ ਔਰ ਇਧਰੋਂ ਕਾਂਸਟੈਂਟ ਟਰਮ ਤੁਹਾਡੇ ਕੋਲ ਕਿੰਨੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ, ਕਿਉਂਕਿ ਜਦ ਇਹਨੂੰ ਓਪਨ ਕਰੋਗੇ you will get the constant term equal to 4, ਤਾਂ ਇਹਨੂੰ 4 ਦੇ ਬਰਾਬਰ ਲਿਖਿਆ ਹੋਇਆ। ਤੇ ਫਿਰ ਇਸ ਚ c ਦੀ ਵੈਲਿਊ ਜਿਹੜੀ 1/6 ਸੀਗੀ ਉਹ ਸਬਸਟੀਟਿਊਟ ਕਰਕੇ d ਦੀ ਵੈਲਿਊ ਫਾਈਂਡ ਕਰੋਗੇ it will be equal to 1। ਤਾਂ ਜਿਹੜਾ ਸਾਡਾ ਪਾਰਟਿਕੂਲਰ ਸੋਲੂਸ਼ਨ ਸੀਗਾ ਉਹ ਅਸੀਂ ਇਹੀ ਮੰਨਿਆ ਸੀ cn + d n ਸਕੁਅਰ into 2n। ਤਾਂ c ਦੀ ਵੈਲਿਊ 1/6 ਔਰ d ਦੀ ਵੈਲਿਊ 1 ਪੁੱਟ ਹੋਗੀ, ਇਹ ਬਣ ਗਿਆ ਪਾਰਟਿਕੂਲਰ। ਤੇ ਹੋਮੋਜੀਨੀਅਸ ਅਸੀਂ ਆ ਵਾਲਾ ਫਾਈਂਡ ਕੀਤਾ ਹੋਇਆ ਹੈਗਾ, ਤਾਂ ਫਿਰ ਟੋਟਲ ਜਿਹੜਾ ਸੋਲੂਸ਼ਨ ਹੈ ਸਾਡੇ ਕੋਲ ਉਹ ਕੀ ਬਣ ਗਿਆ ਆ ਵਾਲਾ, an will be homogeneous plus particular। ਤੇ ਫਿਰ ਹੁਣ ਇਹਦੇ ਵਿੱਚ ਬਸ ਕੀ ਕਰਨਾ ਹੈ, ਇਨੀਸ਼ੀਅਲ ਕੰਡੀਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਪਲੱਗ ਇਨ ਕਰਨੀਆਂ ਨੇ ਤੇ α1 ਤੇ α2 ਦੀਆਂ ਵੈਲਿਊਜ਼ ਅਸੀਂ ਫਾਈਂਡ ਕਰ ਲੈਣੀ। ਤਾਂ ਪਹਿਲੀ ਇਨੀਸ਼ੀਅਲ ਕੰਡੀਸ਼ਨ a0 ਦੀ ਵੈਲਿਊ ਗਿਵਨ ਸੀਗੀ, ਤਾਂ n ਨੂੰ ਤੁਸੀਂ ਇਹ ਦੇਖੋ ਇਸ ਦੇ ਵਿੱਚ ਅਗਰ 0 ਇਨਪੁਟ ਕਰੋਗੇ, ਸਾਰੇ ਕਿਤੇ 0 ਇਨਪੁਟ ਕਰਕੇ ਦੇਖੋ n ਨੂੰ ਕੀ ਬਣੇਗਾ, ਉਰੇ α1 पे है a 0 हो जाएगा, α2 ਦਾ ਕੋਐਫੀਸ਼ੀਐਂਟ 0 ਹੋ ਗਿਆ ਤੇ ਉਰੇ ਵੀ n ਸਕੁਅਰ ਹੈ ਤੇ ਇਸ ਕਰਕੇ ਇਹ ਵੀ ਕੋਐਫੀਸ਼ੀਐਂਟ ਆਪਣੇ ਕੋਲ ਸਾਰਾ 0 ਹੋ ਗਿਆ, ਤਾਂ ਸਿਰਫ α1 ਬਚਿਆ, ਤਾਂ a0 will be equal to α1। ਤੇ ਸਿਮਿਲਰਲੀ n ਨੂੰ 1 ਪੁੱਟ ਕਰੋਗੇ ਯੂ ਕੈਨ ਈਜ਼ੀਲੀ ਚੈੱਕ ਇਟ, ਇਹ ਤੁਹਾਡੇ ਕੋਲ a1 ਦੀ ਵੈਲਿਊ ਇਹ ਬਣੇਗੀ, n ਨੂੰ ਜਦੋਂ 1 ਸਬਸਟੀਟਿਊਟ ਕੀਤਾ ਆਪਣੇ ਫਾਈਨਲ ਸੋਲੂਸ਼ਨ ਚ, ਔਰ a0 ਸਾਨੂੰ ਕੁਐਸਚਨ ਦੇ ਵਿੱਚ ਗਿਵਨ ਹੈਗਾ ਸਟਾਰਟਿੰਗ ਚ ਇਨੀਸ਼ੀਅਲ ਕੰਡੀਸ਼ਨ α1 = 1 ਹੋ ਗਿਆ, ਇਹਦਾ ਮਤਲਬ a1 ਵੀ 1 ਦੇ ਬਰਾਬਰ ਗਿਵਨ ਹੈਗਾ ਤੇ ਉਰੇ ਫਿਰ a1 ਦੀ ਵੈਲਿਊ ਵੀ ਪੁੱਟ ਹੋਗੀ 1 ਔਰ ਜਿਹੜਾ α1 ਸੀਗਾ ਉਹ ਵੀ ਅਸੀਂ 1 ਪੁੱਟ ਕਰ ਲਿਆ ਜੋ ਆਪਾਂ ਪਿਛਲੇ ਸਟੈਪ ਚ ਸੋਲਵ ਕੀਤਾ। ਤੇ ਇਸ ਚੋਂ ਤੁਸੀਂ α2 ਅਗਰ ਫਾਈਂਡ ਕਰੋਗੇ it will be -5/3। ਸੋ ਨਾਓ ਦਿਸ ਇਜ਼ ਆਵਰ ਫਾਈਨਲ ਸੋਲੂਸ਼ਨ, α1 ਤੇ α2 ਦੀਆਂ ਵੈਲਿਊ ਸਬਸਟੀਟਿਊਟ ਹੋ ਚੁੱਕੀਆਂ ਨੇ ਤੇ ਆ ਤੁਹਾਡਾ ਕੰਪਲੀਟ ਸੋਲੂਸ਼ਨ ਬਣ ਗਿਆ ਜੋ ਆਪਣੇ ਕੋਲ ਇਸ ਕੁਐਸਚਨ ਦਾ ਹੈ।
ਤਾਂ ਇਹ ਸਾਰਾ ਸੀਗਾ ਕਿ ਜਦੋਂ ਐਕਸਪੋਨੈਂਸ਼ੀਅਲ ਤੇ ਪੋਲੀਨੋਮੀਅਲ ਆਪਸ ਦੇ ਵਿੱਚ ਮਲਟੀਪਲਾਈ ਚ ਆ ਜਾਣ ਤਾਂ ਇਸ ਤਰ੍ਹਾਂ ਤੁਸੀਂ ਉਹਨੂੰ ਸੋਲਵ ਕਰਨਾ ਹੈ।